कमाए जिन जीते पंच विकार तिन संतन कौ बंधना सिर चरणन पर धार एक अंकारा सतगुरु तेह प्रसाद सच होए। वाहिगुरु जी की फतेह। बिघन बेनासन सोए। वाहिगुरु जी की फतेह। विघन बेनासन सोए। वाहिगुरु जी कर तो दुकान लोहे कपड़े की राम सिंह ताते नफा पाए जो आप पहने खाए हैं। कर तो दुकान लोहे कपड़े की राम सिंह। वाहिगुरु जी का खालसा वाहिगुरु जी की फतेह। शब्द गुरु जुगो जुग अटल दसां ही पातशाहियां दी आत्मक जगदी जोत। धन धन साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर अते गुरु घर दे शहीदां सिंघां दे पावन स्थान गुरुद्वारा शहीदगंज साहिब अमृतसर साहिब जी दी पावन नगरी दे अंदर गुरु चरणा च नक मस्तक हो रही सत्कार जो गुरु रूप प्यारी साध संगत जी इन्हां पावन स्थानां ते रोजाना ही आपां पिछले पहर दे दीवानां दे अंदर पावन इतिहास की कथा सरवण करते हाँ। वो लड़ीवार पावन इतिहास की कथा ਜਿਹੜੇ ਨਾਮਧਾਰੀ या ਨਾਮਧਾਰੀ ਸੰਪਰਦਾ है ਜਿਨ੍ਹਾਂ ਨੂੰ ਕੂਕੇ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਸਮੇਂ ਦੀ ਚੱਲ ਰਹੀ ਹੈ। ਉਹਨਾਂ ਦੇ ਇਸੇ ਪ੍ਰਕਾਰ ਸੰਪਰਦਾ ਦਾ ਇਤਿਹਾਸ ਆਪ ਸੰਗਤਾਂ ਦੇ ਸਾਹਮਣੇ ਜਿਸ ਪ੍ਰਕਾਰ ਗਿਆਨੀ ਗਿਆਨ ਸਿੰਘ ਜੀ ਹੁਣਾਂ ਨੇ ਕਲਮਬੰਦ ਕੀਤਾ ਹੈ ਆਪਾਂ ਸਰਵਣ ਕਰ ਰਹੇ ਹਾਂ। कल दे दीवाना दे विच आप संगतां ने सरवण कीता सी कि एक बालक सिंह सी जिहड़ा अटक दरिया दे कोल एक नगर कीता सिमरन कीता तप कीता सिमरन भजन कीता। वो सारे इलाके दे विच काबल कंधार इत्यादि इलाकों दे विच उन्हां दा बड़ा नाम बालक सिंह दा हो गया। उहदे तो बाद भाई जस्सा सिंह दे घर अते माता सदा कौर दे कुख तो बाबा राम सिंह कूके का जन्म होया जिहड़ा एक लुधियाने जिले दे विच नगर है भैणी जिन्हों अजकल भैणी साहिब कहा जाता है। उस भैणी पिंड दे नगर दे विच बाबे राम सिंह का जन्म होया। जन्म तो बाद बाबा राम सिंह जिहड़ा सी इन्हें बचपन बतीत किया। बचपन बतीत करदियां करदियां बाबा राम सिंह ने गुरु प्यारी साध संगत जी अकाल पुरख वाहिगुरु परमात्मा दी भगती की। जदों जवानी आई है तो ये
ਲਾਹੌਰ ਜਾ ਕਰਕੇ ਤੇ ਫੌਜ ਦੇ ਵਿੱਚ ਜਾ ਕਰਕੇ ਇਹਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਗਿਆਨੀ ਗਿਆਨ ਸਿੰਘ ਜੀ ਹੁਣਾਂ ਦੇ ਕਥਨ ਦੇ ਬਾਬਾ ਜੀ ਦੇ ਅਟਕ ਦਰਿਆ ਦੇ ਕੋਲ ਉਸ ਪਿੰਡ ਵਿੱਚ ਗਈ, ਉਸ ਨਗਰ ਵਿੱਚ ਗਈ ਜਿਹੜਾ ਇਤਿਹਾਸ ਦੇ ਵਿੱਚ ਨਾਮ ਆਇਆ ਹੈ, ਹਜਰੂ ਪਿੰਡ ਆਇਆ ਹੈ। ਉੱਥੇ ਜਦੋਂ ਇਹ ਸਾਰੀ ਫੌਜ ਪਲਟਣ ਗਈ ਹੈ ਤੇ ਬੜਾ ਜ਼ਿਆਦਾ ਨਾਮ ਬਾਬੇ ਰਾਮ ਸਿੰਘ ਨੇ ਸੁਣਿਆ ਸੀ ਭਾਈ ਬਾਲਕ ਸਿੰਘ ਦਾ। ਇਹਨੇ ਸੋਚਿਆ ਕਿ ਚਲੋ ਸੰਤ ਨੇ, ਰੱਬ ਦੇ ਪਿਆਰੇ ਸੁਣਨ ਵਿੱਚ ਆਇਆ ਤੇ ਆਪਾਂ ਨੂੰ ਉਹਦੇ ਦਰਸ਼ਨ ਕਰਨੇ ਚਾਹੀਦੇ ਨੇ। ਦਰਸ਼ਨ ਕਰਨ ਚਲਾ ਗਿਆ, ਮਨ ਵਿੱਚ ਬੜਾ ਜ਼ਿਆਦਾ ਪਿਆਰ ਬਣਿਆ। ਅਖੀਰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦਾ ਉਪਦੇਸ਼ ਪ੍ਰਾਪਤ ਕੀਤਾ। ਉਹਦੇ ਤੋਂ ਬਾਅਦ ਨੌਕਰੀ ਪੂਰੀ ਹੋਣ ਤੋਂ ਬਾਅਦ ਗੁਰੂ ਪਿਆਰੀ ਸਾਧ ਸੰਗਤ ਜੀ ਉੱਥੋਂ ਅਗਾਂਹ ਨੂੰ ਇਸੇ ਤਰ੍ਹਾਂ ਚੱਲ ਕਰਕੇ ਭਰਮ ਭੇਦ ਨੂੰ ਖਤਮ ਕਰ ਦਿੱਤਾ। ਚਾਰ ਵੇਦਾਂ ਦੇ ਇਸ ਤਰ੍ਹਾਂ ਜਿਹੜਾ ਹੈ ਉਹਨੂੰ ਵੀ ਖਤਮ ਕਰ ਦਿੱਤਾ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਬਾਬਾ ਰਾਮ ਸਿੰਘ ਕੂਕਾ ਨਾਮਧਾਰੀ ਸੰਪਰਦਾ ਦੇ ਉਹਨੇ ਸਿਮਰਨ ਤੇ ਭਜਨ ਕੀਤਾ। ਇਹ ਸਾਰਾ ਇਤਿਹਾਸ ਵਿਸਥਾਰ ਦੇ ਨਾਲ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਸਾਂ। ਇਸ ਤੋਂ ਅੱਗੇ ਹੁਣ ਜਿਵੇਂ ਗਿਆਨੀ ਗਿਆਨ ਸਿੰਘ ਜੀ ਹੁਣਾਂ ਨੇ ਇਸ ਕੂਕੇ ਪਰਿਵਾਰ ਦੇ ਇਤਿਹਾਸ ਨੂੰ ਕਲਮਬੰਦ ਕੀਤਾ। ਆਓ ਆਪਾਂ ਅੱਜ ਦੇ ਦੀਵਾਨਾਂ ਦੇ ਵਿੱਚ ਅਗਲੇਰਾ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਸਾਰਿਆਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ, ਮਨ ਕਰਕੇ, ਧਿਆਨ ਕਰਕੇ, ਸਰੀਰ ਕਰਕੇ ਗੁਰੂ ਚਰਨਾਂ ਦੇ ਵਿੱਚ ਜੁੜ ਕਰਕੇ ਆਪਾਂ ਇਤਿਹਾਸ ਦੇ ਆਨੰਦ ਨੂੰ ਮਾਨਣਾ ਕਰੀਏ। ਕਥਾ ਵਿਚਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ। ਸਤਿਗੁਰੂ ਜੀ ਆਪਣੇ ਸਾਰਿਆਂ ਤੇ ਕਿਰਪਾ ਕਰਨ। ਆਓ ਤੇ ਰਸਨਾ ਨੂੰ ਪਵਿੱਤਰ ਕਰਕੇ ਉਪਰੰਤ ਆਪਾਂ ਇਤਿਹਾਸ ਦੀ ਲੜੀ ਨੂੰ ਪ੍ਰਾਰੰਭ ਕਰੀਏ। ਸਾਰੀ ਸੰਗਤ ਰਸਨਾ ਪਵਿੱਤਰ ਕਰਦਿਆਂ ਹੋਇਆਂ ਵਾਹਿਗੁਰੂ ਜੀ ਕਰਤ ਦੁਕਾਨ ਲੋਟ ਕਰਕੇ ਜੋ ਕੁਝ ਨਫਾ ਉਹਨਾਂ ਦੁਕਾਨਾਂ ਤੋਂ, ਆਪਣੇ ਕਾਰੋਬਾਰ ਤੋਂ ਹੁੰਦਾ, ਬਾਬੇ ਰਾਮ ਸਿੰਘ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਉਹਦੇ ਤੋਂ, ਉਸ ਨਫੇ ਤੋਂ ਆਪਣੇ ਘਰ ਪਰਿਵਾਰ ਦਾ ਇਸੇ ਪ੍ਰਕਾਰ ਗੁਜ਼ਾਰਾ ਕਰਦਾ ਤੇ ਖਾਂਦੇ ਤੇ ਪੀਂਦੇ। ਕਿਉਂਕਿ ਐਸੇ ਸ਼ਖਸ ਮਨੁੱਖ ਬਹੁਤ ਘੱਟ ਆਪਾਂ ਨੂੰ ਮਿਲਣਗੇ ਕਿ ਜਿਹੜੇ ਗੁਰੂ ਪਿਆਰੀ ਸਾਧ ਸੰਗਤ ਜੀ ਕੇਵਲ ਤਾਂ ਕੇਵਲ ਕਿਸੇ ਪ੍ਰਕਾਰ ਕਾਰੋਬਾਰ ਚਲਾਉਂਦੇ ਹੋਣ, ਕਿਸੇ ਵੀ ਪ੍ਰਕਾਰ ਦਾ ਕਾਰੋਬਾਰ ਆਪਣਾ ਕਰਦੇ ਹੋਣ, ਉਹਦੇ ਵਿੱਚ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਂਦੇ ਹੋਣ, ਖਾ ਕਰਕੇ ਉਹਦੇ ਵਿੱਚ ਗੁਜ਼ਾਰਾ ਕਰਦੇ ਹੋਣ। ਬੜੇ ਲੋਕ ਐਸੇ ਆਪਾਂ ਨੂੰ ਘੱਟ ਮਿਲਣਗੇ, ਕਿਉਂਕਿ ਇਸੇ ਪ੍ਰਕਾਰ ਹਰ ਮਨੁੱਖ ਜੇ ਕੋਈ ਦਸਾਂ ਨੋਹਾਂ ਦੀ ਕਿਰਤ ਕਰਦਾ ਤੇ ਬਹੁਤੇ ਜ਼ਿਆਦਾ ਐਸੇ ਲੋਕ ਵੇਖਣ ਵਾਸਤੇ ਮਿਲਦੇ ਨੇ ਕਿ ਉਹਦੇ ਵਿੱਚ ਬੇਈਮਾਨੀ ਕਿੰਨੀ ਕੁ ਹੋਵੇਗੀ, ਅਸੀਂ ਬੇਈਮਾਨੀ ਕਰਕੇ ਉਹਦੇ ਵਿੱਚ ਵੱਧ ਧਨ ਕਿੰਨਾ ਕੁ ਕਮਾ ਲਵਾਂਗੇ। ਇਸੇ ਪ੍ਰਕਾਰ ਇਹ ਸਭ ਤੋਂ ਪਹਿਲਾਂ ਉਹਦੇ ਬਾਰੇ ਸੋਚਿਆ ਤੇ ਵਿਚਾਰਿਆ ਜਾਂਦਾ ਹੈ। ਪਰ ਬਾਬਾ ਰਾਮ ਸਿੰਘ ਕੂਕਾ ਜਿਹੜਾ ਸੀ ਗੁਰੂ ਕਰਦਿਆਂ ਹੋਇਆਂ ਜਿਹੜਾ ਨਫਾ ਇਹਨੂੰ ਹੁੰਦਾ, ਜਿਹੜਾ ਇਸੇ ਪ੍ਰਕਾਰ ਇਹਨਾਂ ਦੇ ਜੋ ਕੁਝ ਇਹਨਾਂ ਨੂੰ ਪ੍ਰਾਪਤ ਹੁੰਦਾ, ਉਹਦੇ ਨਾਲ ਬਾਬਾ ਰਾਮ ਸਿੰਘ ਜੀ ਆਪਣੇ ਘਰ ਦਾ ਤੇ ਇਸ ਤਰ੍ਹਾਂ ਗੁਜ਼ਾਰਾ ਆਪਣਾ ਕਰਦੇ। ਸੰਗਤ ਅਪਾਰ ਆਵੇ ਦਵਾਰ ਪੈ ਰਹਾਵੇ ਭੀਰ। ਤੇ ਇਸੇ ਪ੍ਰਕਾਰ ਜੋ ਕੁਝ ਵੀ ਇਹਨਾਂ ਦੇ ਕੋਲ ਸੰਗਤ ਆਉਂਦੀ ਸੀ ਚੱਲ ਕਰਕੇ, ਬੜੀ ਜ਼ਿਆਦੀ ਸੰਗਤਾਂ ਦੀ ਭੀੜ ਹੁੰਦੀ,
ਤੇ ਉਹ ਸੰਗਤ ਜਿਹੜੀ ਚੱਲ ਕਰਕੇ ਆਉਂਦੀ, ਪੂਜਾ ਜੋ ਚੜਾਵੇ ਸੋ ਤੋ ਲੰਗਰ ਮੈਂ ਪਾਏ ਹੈ। ਉਹ ਜਿੰਨਾ ਵੀ ਸੰਗਤਾਂ ਧਨ ਇਤਿਆਦਿਕ ਭੇਟਾਵਾਂ ਅਰਪਣ ਕਰਦੀਆਂ ਸਨ ਨਾ, ਉਹ ਬਾਬਾ ਰਾਮ ਸਿੰਘ ਜੀ ਆਪਣੇ ਘਰ ਵਾਸਤੇ ਕਦੀ ਵੀ ਵਰਤਦੇ ਨਹੀਂ ਸਨ। ਉਹ ਗੁਰੂ ਕੀ ਸੰਗਤ ਦੇ ਲੰਗਰ ਵਾਸਤੇ, ਗੁਰੂ ਕੀ ਸੰਗਤ ਵਾਸਤੇ ਸਾਰਾ ਧਨ ਜਿਹੜਾ ਏ ਉਹ ਵਰਤਦਾਇਆ ਕਰਦੇ ਨੇ। ਕਿੰਨਾ ਜੀਵਨ, ਕਿੰਨਾ ਸੋਹਣਾ ਜੀਵਨ ਹੋਵੇਗਾ ਬਾਬਾ ਰਾਮ ਸਿੰਘ ਜੀ ਦਾ, ਜਿਹੜਾ ਕਿ ਸੰਗਤ ਦਾ ਪੈਸਾ ਕੇਵਲ ਤਾਂ ਕੇਵਲ ਸੰਗਤ ਵਿੱਚ ਵਰਤੇ। ਇਸੇ ਸੰਤ ਹੈ ਨਾ ਜਿਨ੍ਹਾਂ ਨੂੰ ਆਪਾਂ ਦੱਬੀ ਪਖੰਡੀ ਕਹਿ ਸਕਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਰਾਬਰੀ ਵੀ ਕਰਦੇ ਨੇ, ਆਪਣੇ ਆਪ ਨੂੰ ਸੰਤ ਅਖਵਾਉਣ ਵਾਲੇ ਦੱਬੀ ਪਖੰਡੀ ਜਿਹੜੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਆਪਣਾ ਇਹੋ ਹੀ ਸੋਚਿਆ ਹੁੰਦਾ ਏ ਕਿ ਅਸੀਂ ਜਿਹੜਾ ਗੁਰੂ ਕੀ ਸੰਗਤ ਦਾ ਧਨ ਦੌਲਤ ਪੂਜਾ ਧਾਨ ਆਉਣਾ ਏ, ਇਹਨੂੰ ਅਸੀਂ ਸਾਂਭਣਾ ਕਿਵੇਂ ਆ, ਤੇ ਆਪਣੀ ਜਾਇਦਾਦ, ਆਪਣੀ ਰਿਆਸਤ, ਆਪਣਾ ਇਸੇ ਤਰ੍ਹਾਂ ਕਾਰੋਬਾਰ ਤੇ ਧਨ ਦੌਲਤ ਅਕਾਊਂਟਾਂ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਭਰ ਕਰਕੇ ਰੱਖਣੇ ਨੇ। ਪਰ ਬਹੁਤ ਜਿਵੇਂ ਅੱਜ ਹੀ ਆਪਾਂ ਦੇਖ ਲਈਏ ਕਿ ਜਿਹੜਾ ਆ ਬਹੁਤ ਭਿਆਨਕ ਸਮਾਂ ਚੱਲ ਰਿਹਾ ਹੈ, ਇਹਦੇ ਵਿੱਚ ਬਹੁਤ ਮਹਾਂਪੁਰਖ ਆਪਾਂ ਨੂੰ, ਸੰਤ ਮਹਾਂਪੁਰਖ ਜਿਹੜੇ ਨੇ, ਜਿਹੜੇ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਅਕਾਲ ਪੁਰਖ ਪਰਮਾਤਮਾ ਦੇ ਭਾਣੇ ਅੰਦਰ ਚੱਲਦੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਉਹਨਾਂ ਦੇ ਸੰਤਾਂ ਦੇ ਘਰਾਂ ਦੇ ਵਿੱਚ, ਡੇਰਿਆਂ ਵਿੱਚ, ਗੁਰੂ ਘਰਾਂ ਦੇ ਵਿੱਚ ਕਿਤੇ ਵੀ ਕੋਈ ਥੋੜ ਨਹੀਂ, ਤੇ ਉਹ ਗੁਰੂ ਕੀ ਸੰਗਤ ਦੀ ਗਰੀਬਾਂ ਦੇ ਢਿੱਡ ਨੂੰ ਉਹ ਜ਼ਰੂਰ ਭਰ ਰਹੇ ਨੇ। ਪਰ ਜਿਹੜੇ ਇਸੇ ਤਰ੍ਹਾਂ ਕੇਵਲ ਤਾਂ ਕੇਵਲ ਧਨ ਦੌਲਤ ਇਕੱਠਾ ਕਰਨ ਵਾਲੇ ਨੇ, ਆਪਣੇ ਇਸ ਤਰ੍ਹਾਂ ਜਾਇਦਾਦ ਨੂੰ ਬਣਾਉਣ ਵਾਲੇ ਨੇ, ਉਹਨਾਂ ਵਿੱਚ ਅੱਜ ਵੀ ਇੱਕ ਵੀ ਸੰਤ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਕਿ ਜਿਹੜਾ ਕਿਸੇ ਗਰੀਬ ਦੀ ਹੈਲਪ ਕਰਦਾ ਹੋਵੇ, ਕਿਸੇ ਗਰੀਬ ਦੇ ਭੁੱਖੇ ਦੇ ਢਿੱਡ ਵਿੱਚ ਰੋਟੀ ਪਾਉਂਦਾ ਹੋਵੇ, ਜਿਹੜਾ ਕਿਤੇ ਪਿਆਸੇ ਨੂੰ ਕਦੀ ਪਾਣੀ ਦਿੰਦਾ ਹੋਵੇ। ਅੱਜ ਸਾਨੂੰ ਉਸ ਪਰਖ ਦੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਬੜੇ ਐਸੇ ਲੋਕ, ਉਹ ਸੰਤ ਦੱਬੀ ਪਖੰਡੀ ਬੜੇ ਘੱਟ ਹੋਣਗੇ। ਸੋ ਇਸ ਪ੍ਰਕਾਰ ਬਾਬਾ ਰਾਮ ਸਿੰਘ ਕੂਕਾ ਜੀ ਨੇ ਕੀ ਕੀਤਾ ਕਿ ਜਿਹੜੀਆਂ ਸੰਗਤਾਂ ਦਾ ਚੜਾਵਾ ਆਉਂਦਾ ਸੀ, ਧਨ ਦੌਲਤ ਜਾਂ ਕੋਈ ਵਸਤੂਆਂ ਭੇਟਾ ਕਰਦਾ ਸੀ, ਉਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀ ਦੀ ਸਾਰੀਆਂ ਭੇਟਾਵਾਂ ਜਿਹੜੀਆਂ ਨੇ ਬਾਬਾ ਰਾਮ ਸਿੰਘ ਉਹ ਗੁਰੂ ਕੀ ਸੰਗਤ ਵਾਸਤੇ ਗੁਰੂ ਕੇ ਲੰਗਰਾਂ ਵਿੱਚ ਪਾ ਕੇ ਤੇ ਵਰਤ ਦਿੰਦੇ। ਲਹਿ ਜੋ ਨਾਮੇ ਆਏ ਸੋ ਤੋ ਮਸਤ ਥਾਏ। ਜਿਹੜਾ ਵੀ ਕੋਈ ਆਉਂਦਾ ਸੀ ਨਾਮ ਦੀ ਮਸਤੀ ਉਹਨੂੰ ਚੜ ਜਾਂਦੀ ਸੀ, ਉਹ ਨਾਮ ਦੇ ਬਾਬਾ ਰਾਇਆ ਕਰਦਾ ਸੀ। ਐਸੀ ਰੂਹ, ਐਸਾ ਜੀਵਨ ਸੀ ਬਾਬਾ ਰਾਮ ਸਿੰਘ ਕੂਕੇ ਦਾ। ਦਸਤਾਰ ਡਾਰ ਦਾਏ ਹਾਲ ਚੜ ਜਾਏ ਹੈ। ਤੇ ਕੀ ਹੈ ਕਿ ਉਹ ਦਸਤਾਰ ਵੀ ਲੱਥ ਜਾਇਆ ਕਰਦੀ, ਲਾਹ ਦਿੰਦੇ, ਤੇ ਇਸੇ ਪ੍ਰਕਾਰ ਬੇਹਾਲ ਹੋ ਕਰਕੇ ਤੇ ਉਹ ਇਸ ਪ੍ਰਕਾਰ ਉਥੇ ਸਾਰੇ ਤਰ੍ਹਾਂ ਕਰਕੇ ਮਸਤੀ ਨੂੰ ਦੇਖਦੇ ਤੇ ਮਸਤੀ ਦੇ ਵਿੱਚ ਰਹਿੰਦੇ। ਦੇਤ ਭੇਤ ਨਾਹੇ ਕਾਹੇ ਕਭੀ ਦੂਸਰੇ ਕੋ ਵਾਹੇ। ਇਹ ਜਿਹੜਾ ਕੂਕਾ ਪਰਿਵਾਰ ਹੈ, ਕਿਸੇ ਵੀ ਤਰ੍ਹਾਂ ਇੱਕ ਤੋਂ ਦੂਜੇ ਨੂੰ ਭੇਤ ਜਿਹੜਾ ਹੈ ਕਿਸੇ ਤਰ੍ਹਾਂ ਦਾ ਵੀ ਇਹ ਨਹੀਂ ਦਿੰਦੇ। ਯਾਹੇ ਤੈ ਕਲਾਮ ਬਹੁ ਲੋਗ ਸੁਬਤਾਏ ਹੈ। ਤੇ ਇਸ ਪ੍ਰਕਾਰ ਬਹੁਤ ਜ਼ਿਆਦੇ ਐਸੇ ਲੋਕ ਨੇ ਜਿਹੜੇ ਕਲਾਮ ਉਹ ਕਿਸੇ ਵੀ ਤਰੀਕੇ ਦੇਸਣ ਮੈਂ ਧੁਮ ਮਾਚੀ ਸਾਚੀ ਮਤਾਹੇ ਤਬ। ਤਾਂ ਹੀ ਇਸੇ ਤਰ੍ਹਾਂ ਸਾਰੇ ਦੇਸ਼ਾਂ ਦੇ ਵਿੱਚ ਇਹ ਗੱਲ ਮਸ਼ਹੂਰ ਹੋਈ ਹੈ। ਆਵੇਂ ਲੋਕ ਸਿੱਖ ਨਾਵੇਂ ਅਜਮਾਵੇਂ ਤੈ ਸਹੀ। ਕਹਿੰਦੇ ਆਵੇ ਲੋਕ ਸਿੱਖ ਥਾਵੇਂ ਅਜਮਾਵੇ ਤੈ ਸਹੀ। ਬੜਾ ਜ਼ਿਆਦਾ ਅਜਮਾਉਣ ਦਾ ਯਤਨ ਕਰਦੇ ਨੇ, ਪਰਖਣ ਦਾ ਯਤਨ ਕਰਦੇ ਨੇ। ਜਿਹੜਾ ਵੀ ਕੋਈ ਸਿੱਖ ਆਉਂਦਾ ਹੈ, ਮਾਲਵੇ ਦੁਆਬੇ ਮਾਝੇ ਪੋਠੋ ਹਰ ਤੈ ਅਪਾਰ। ਪੋਠੋ ਹਰ ਦਾ ਇਲਾਕਾ ਮਾਝਾ, ਮਾਲਵਾ ਤੇ ਦੁਆਬਾ, ਇਸ ਤੋਂ ਇਲਾਵਾ ਹੋਰ ਬਹੁਤ ਜ਼ਿਆਦੇ ਇਲਾਕੇ, ਥਾਵਾਂ, ਸ਼ਹਿਰ, ਪਿੰਡ ਥੀਏ ਸਿੱਖ ਬੇਸ਼ੁਮਾਰ 3 ਲੱਖ ਐਸੇ ਹੀ। ਬਹੁਤ ਜ਼ਿਆਦੇ ਇਸ ਨਾਮਧਾਰੀ ਸੰਪਰਦਾ ਦੇ ਸੰਬੰਧਿਤ ਜਿਨ੍ਹਾਂ ਨੂੰ ਨਾਮਧਾਰੀ ਸਿੱਖ ਆਖਿਆ ਜਾਂਦਾ, ਉਹ ਬਹੁਤ ਜ਼ਿਆਦੇ ਨੇ। ਫਿਰ ਇਸ ਪ੍ਰਕਾਰ ਕਹਿੰਦੇ ਨੇ ਤਕਰੀਬਨ 3 ਲੱਖ ਦੀ ਗਿਣਤੀ ਜਿਹੜੀ ਹੈ ਉਸ ਵਕਤ ਜਦੋਂ ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਇਤਿਹਾਸ ਨੂੰ ਕਲਮਬੰਦ ਕੀਤਾ ਏ, ਉਸ ਸਮੇਂ ਤੱਕ
ਇਹਨਾਂ ਦੀ ਤਕਰੀਬਨ 3 ਲੱਖ ਦੇ ਕਰੀਬ ਇਹਨਾਂ ਦੀ ਗਿਣਤੀ ਹੈ। ਸੂਬੇ ਕੀਨੇ 22 ਤਿੰਨ ਅਕਬਰ ਸ਼ਾਹ ਨੇ ਆਏ। ਤੇ ਇਹਨਾਂ ਨੇ ਆਪੋ ਆਪਣੇ ਸੂਬੇ ਟਿਕਾਣੇ ਬਣਾਏ ਹੋਏ ਸਨ। ਕਿਤਨਾ ਬਣਾਏ ਨੇ, ਜਿਵੇਂ ਕਦੀ ਸੂਬਿਆਂ ਨੂੰ ਬਣਾ ਇਸ ਤਰੀਕੇ ਦੇ ਨਾਲ ਇਹ ਸ਼ਬਦ ਜਿਹੜੇ ਨੇ ਉਹਨਾਂ ਸਾਜ਼ਾਂ ਦੇ ਨਾਲ ਇਹ ਨਾਮਧਾਰੀ ਪਰਿਵਾਰ ਗਾਉਂਦਾ ਹੈ। ਇਸ਼ਨਾਨ ਕਰ ਹੈ ਸਕੇ ਸਵੇਸ ਰਾਤ ਤੀ ਹੀ ਤੈ। ਕਹਿੰਦੇ ਗਿਆਨੀ ਜੀ ਕਹਿੰਦੇ ਨੇ ਕਿ ਇਹ ਦੇਰ ਰਾਤ ਰਹਿੰਦਿਆਂ, ਭਾਵ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਦੇ ਨੇ ਤੇ ਇਸ਼ਨਾਨ ਕਰਨ ਤੋਂ ਬਾਅਦ ਵਾਹਿ ਗੁਰੂ ਨਾਮ ਮਾਹੇ ਰਾਖੇ ਰਸਨਾ ਪਗੀ। ਆਪਣੀ ਰਸਨਾ ਨੂੰ ਵਾਹਿਗੁਰੂ ਵਾਹਿਗੁਰੂ ਨਾਮ ਦੇ ਵਿੱਚ ਜਿਹੜਾ ਇਹ ਰੱਖਦੇ ਨੇ, ਉਸ ਵਾਹਿਗੁਰੂ ਵਾਹਿਗੁਰੂ ਨਾਮ ਦੇ ਵਿੱਚ ਉਹਦਾ ਸਿਮਰਨ ਕਰਕੇ ਗੁਰੂ ਸਾਹਿਬ ਜੀ ਦੀ ਸਿੱਖੀ ਨੂੰ ਪ੍ਰਾਪਤ ਕਰਦੇ ਤੇ ਆਪਣੀ ਰਸਨਾ ਨੂੰ ਉਹਦੇ ਵਿੱਚ ਰਚ ਲੈਂਦੇ ਨੇ ਅੰਮ੍ਰਿਤ ਵੇਲੇ ਤੋਂ। ਰਾਖ ਹੈ ਪੁਸ਼ਾਕ ਪਾਕ ਸੁਕਲ ਉਰਨ ਮਾਲ। ਇਹਨਾਂ ਦਾ ਹੋਰ ਜਿਹੜਾ ਤਨ ਦਾ ਲਿਬਾਸ ਕੀ ਹੈ, ਗਿਆਨੀ ਗਿਆਨ ਸਿੰਘ ਜੀ ਹੁਣਾਂ ਨੇ ਬੜੇ ਸੁੰਦਰ ਪੰਨਿਆਂ ਦੇ ਕਲਮ ਦੇ ਵਿੱਚ ਲਿਖਿਆ ਏ। ਇਹਨਾਂ ਦਾ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਬਾਣਾ ਹੈ, ਜਿਹੜੀ ਪਹਿਚਾਣ ਹੈ, ਉਹ ਸਫੇਦ ਕੱਪੜਾ ਹੈ, ਭਾਵ ਕਿ ਚਿੱਟੇ ਰੰਗ ਦਾ ਬਸਤਰ ਹੈ। ਇਹਨਾਂ ਦੇ ਤਨ ਤੇ ਚੋਲਾ ਤੇ ਪਜਾਮੀ ਵੀ ਚਿੱਟੇ ਰੰਗ ਦੀ ਪਹਿਨੀ ਜਾਂਦੀ ਹੈ। ਸਿਰ ਤੇ ਜਿਹੜੀ ਦਸਤਾਰ ਹੈ ਉਹ ਵੀ ਚਿੱਟੇ ਰੰਗ ਦੀ ਜਿਹੜੀ ਹੈ ਉਹ ਪਹਿਨੀ ਜਾਂਦੀ ਹੈ। ਦੂਜਾ, ਉੱਨ ਦੀ ਬਣੀ ਹੋਈ ਮਾਲਾ ਜਿਹੜੀ ਹੈ, ਉਸ ਉੱਨ ਦੀ ਸਫੇਦ ਰੰਗ ਦੀ ਚਿੱਟੇ ਰੰਗ ਦੀ ਮਾਲਾ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਹੱਥ ਦੇ ਵਿੱਚ ਇਹ ਰੱਖਿਆ ਕਰਦੇ ਨੇ। ਜਦੋਂ ਸਿਮਰਨ ਕਰਨਾ ਹੈ ਉਦੋਂ ਉਹਨੂੰ ਹੱਥ ਵਿੱਚ ਲਿਆ ਜਾਂਦਾ, ਤੇ ਜਦੋਂ ਇਸੇ ਤਰ੍ਹਾਂ ਸਿਮਰਨ ਕਰਨ ਤੋਂ ਬਾਅਦ ਅਗਾਂਹ ਪਿਛਾਂ ਇੱਧਰ ਉੱਧਰ ਕਿਤੇ ਇੱਕ ਤੋਂ ਦੂਜੀ ਜਗ੍ਹਾ ਤੇ ਜਾਣਾ ਹੁੰਦਾ ਏ, ਤੇ ਇਹ ਨਾਮਧਾਰੀ ਪਰਿਵਾਰ ਜਿਹੜੇ ਨੇ ਉੱਨ ਦੀ ਬਣੀ ਹੋਈ ਮਾਲਾ ਜਿਹੜੀ ਹੈ ਉਹਨੂੰ ਗਲ ਵਿੱਚ ਪਾ ਲਿਆ ਕਰਦੇ। ਕੱਛ ਕੜਾ ਕਰਦ ਮਰਦ ਨਰ ਜੋ ਸਭ ਜੇਤ ਕੀ। ਤੇ ਇਸੇ ਪ੍ਰਕਾਰ ਕਰਦੇ ਕੀ ਹੈ, ਗਿਆਨੀ ਜੀ ਕਹਿੰਦੇ ਨੇ ਕਿ ਕਛਹਿਰਾ, ਕੜਾ ਤੇ ਕਿਰਪਾਨ, ਇਸੇ ਤਰ੍ਹਾਂ ਮਰਦ ਇਤਿਆਦਿਕ ਬਿਨਾ ਨਾਮ ਧਾਰੀ ਅਨ ਜਲ ਰੋਟੀ ਬੇਟੀ ਵਾਰੀ। ਤੇ ਇਸ ਪ੍ਰਕਾਰ ਕਹਿੰਦੇ ਕਿ ਉਹ ਜਿੰਨੇ ਵੀ ਇਸਤਰੀਆਂ ਤੇ ਮਨੁੱਖ ਹੈ ਨਾ, ਉਹ ਸਾਰੇ ਹੀ ਇਸ ਤਰ੍ਹਾਂ ਆਪਣੇ ਤਨ ਤੇ ਪਹਿਨ ਕਰਕੇ ਰੱਖਦੇ, ਤਨ ਤੇ ਲਿਬਾਸ ਰੱਖਿਆ ਕਰਦੇ ਨੇ। ਖੈਰ ਅੱਜ ਇਹੋ ਜਿਹਾ ਸਮਾਂ ਹੈ, ਪਤਾ ਨਹੀਂ ਇਸ ਸੰਪਰਦਾ ਦੇ ਵਿੱਚ ਸ਼ਾਇਦ ਕੋਈ ਬਦਲਾਅ ਆਇਆ ਹੋਵੇ। ਅੱਜ ਲੇਕਿਨ ਤਨ ਤੇ ਬਸਤਰ ਤਾਂ ਪਹਿਨੇ ਜਾਂਦੇ ਨੇ, ਲੇਕਿਨ ਕਿਰਪਾਨ ਇਤਿਆਦਿਕ ਬੜੀ ਜ਼ਿਆਦਾ ਘੱਟ ਦੇਖੀ ਜਾਂਦੀ ਹੈ। ਸ਼ਾਇਦ ਕੋਈ ਕਾਰਨ ਹੋਵੇਗਾ, ਲੇਕਿਨ ਗ੍ਰੰਥਾਂ ਦੇ ਲਿਖਣ ਦੇ ਅਨੁਸਾਰ ਇਹ ਕਛਹਿਰਾ ਵੀ ਪਹਿਨਿਆ ਜਾਂਦਾ, ਕੜਾ ਵੀ ਪਹਿਨਿਆ ਜਾਂਦਾ, ਕਿਰਪਾਨ ਵੀ ਜਿਹੜੀ ਹੈ ਇਸਤਰੀ ਤੇ ਮਨੁੱਖ ਇੱਕੋ ਜੀ ਪਹਿਨ ਕਰਕੇ ਰੱਖਦੇ ਨੇ। ਇਸ ਤੋਂ ਇਲਾਵਾ ਜਿਹੜੇ ਨਾਮਧਾਰੀ ਪਰਿਵਾਰ ਹੈ, ਨਾਮਧਾਰੀ ਲੋਕ ਨੇ, ਉਹ ਗੁਰੂ ਪਿਆਰੀ ਸਾਧ ਸੰਗਤ ਜੀ ਗਿਆਨੀ ਜੀ ਕਹਿੰਦੇ ਜਿਹੜੇ ਨਾਮ ਬਿਨਾ ਨਾਮਧਾਰੀ ਤੋਂ ਇਹ ਸੰਪਰਦਾ ਦੇ ਲੋਕ ਅੰਨ, ਜਲ, ਰੋਟੀ, ਬੇਟੀ ਵਾਰੀ ਸਾਂਝ ਜਿਹੜੀ ਹੈ, ਜਿਵੇਂ ਆਪਾਂ ਨੂੰ ਹੁਕਮ ਹੈ ਨਾ ਕਿ ਆਪਾਂ ਜਿਵੇਂ ਧੀਰ ਮੱਲੀਏ, ਰਾਮ ਰਾਈਏ, ਇਸੇ ਤਰ੍ਹਾਂ ਕੁੜੀ ਮਾਰ, ਨੜੀ ਮਾਰ, ਸਿਰ ਗੁੰਮ ਇਤਿਆਦਿਕ ਇਹਨਾਂ ਅਸੀਂ ਟੋਲਿਆਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਅਸੀਂ ਕੇਵਲ ਤਾਂ ਕੇਵਲ ਗੁਰੂ ਦੀ ਸਿੱਖੀ ਨੂੰ ਧਾਰਨ ਕਰਨ ਵਾਲੇ ਸਿੱਖ ਨੇ, ਸਿੱਖ ਦੇ ਨਾਲ ਰੋਟੀ ਬੇਟੀ ਦੀ ਸਾਂਝ ਕਰਨੀ ਹੈ। ਇਸੇ ਤਰ੍ਹਾਂ ਇਹ ਲੋਕ, ਇਹ ਸੰਪਰਦਾ ਜਿਹੜੀ ਹੈ ਨਾਮਧਾਰੀ ਪਰਿਵਾਰ ਦੇ ਨਾਲ ਹੀ ਸਦਾ ਅੰਨ ਜਲ ਛਕਦੇ ਨੇ।
ਰੋਟੀ ਬੇਟੀ ਦੀ ਸਾਂਝ ਜਿਹੜੀ ਹੈ, ਰਿਸ਼ਤਾ ਇਤਿਆਦਿਕ ਉਹ ਕਰਦੇ ਨੇ। ਨਾਮਧਾਰੀ ਪਰਿਵਾਰ ਵਿੱਚ ਆਪਣੇ ਰਿਸ਼ਤੇ ਪੁੱਤਰ ਦਾ ਵਿਆਹ ਜਿਹੜੀ ਮੰਗਣੀ ਹੈ, ਨਾਮਧਾਰੀ ਪਰਿਵਾਰ ਦੇ ਵਿੱਚ ਹੀ ਲੜਕੀ ਦੇ ਨਾਲ ਕੀਤਾ ਜਾਂਦਾ ਹੈ। ਅਗਰ ਜੇ ਲੜਕੀ ਦਾ ਰਿਸ਼ਤਾ ਲੱਭਣ ਵਾਸਤੇ ਜਾਣਾ ਹੈ ਤੇ ਇਹ ਪੁੱਛਣਾ ਕਿ ਨਾਮਧਾਰੀ ਪਰਿਵਾਰ ਕਿਹੜਾ ਹੈ, ਤੇ ਨਾਮਧਾਰੀ ਪਰਿਵਾਰ ਦੇ ਵਿੱਚ ਹੀ ਲੜਕੇ ਦਾ ਰਿਸ਼ਤਾ, ਆਪਣੀ ਲੜਕੀ ਦਾ ਰਿਸ਼ਤਾ ਜਿਹੜਾ ਉਹ ਕਰਨਾ ਹੈ। ਇਸ ਕਰਕੇ ਰੋਟੀ ਤੇ ਬੇਟੀ ਦੀ ਸਾਂਝ ਜਿਹੜੀ ਹੈ, ਨਾਮਧਾਰੀਆਂ ਦੇ ਨਾਲ ਨਾਮਧਾਰੀ ਹੀ ਪਾਉਂਦੇ ਹਨ। ਸਾਂਝ ਰਾਖ ਹੈ ਨਾ ਕਹੂੰ ਸੰਗ ਜਗ ਮੈਂ ਸਗੀ। ਗਿਆਨੀ ਜੀ ਜ਼ਿਕਰ ਕਰਦੇ ਨੇ, ਕਹਿੰਦੇ ਕਿ ਰਾਖ ਹੈ ਨਾ ਕਾਹੂ ਸੰਗ ਜਗ ਮੈਂ ਸਗੀ। ਹੋਰ ਕਿਸੇ ਦੇ ਨਾਲ ਕਿਸੇ ਵੀ ਤਰੀਕੇ ਦਾ ਇਹ ਸਾਂਝ ਜਿਹੜੀ ਹੈ, ਰੋਟੀ ਬੇਟੀ ਦੀ ਸਾਂਝ ਜਗਤ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਇਹ ਨਹੀਂ ਕਰਦੇ। ਦੇਵ ਥਾਨ ਤੀਰਨ ਪੁਰਾਣ ਸਿੱਧ ਬਪਰ ਕੋ। ਹੁਣ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ ਕਈ ਆਮ ਕਰਕੇ ਦੇਖੇ ਨੇ ਕਿ ਜਿਹੜੇ ਅੰਮ੍ਰਿਤ ਵੀ ਛਕ ਲਿਆ ਕਰਦੇ ਨੇ, ਲੇਕਿਨ ਵਿਸ਼ਵਾਸ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਹੋਰ ਵੀ ਬੜਿਆਂ ਥਾਵਾਂ ਤੇ ਰੱਖਿਆ ਜਾਂਦਾ ਹੈ। ਪਰ ਇਹ ਨਾਮਧਾਰੀ ਪਰਿਵਾਰ ਕੀ ਹੈ? ਇਹ ਕਾਰਨ ਕੀ ਹੈ ਕਿ ਇੱਕ ਤਾਂ ਦੇਵਤਿਆਂ ਦੇ ਥਾਂ ਤੇ ਨਹੀਂ ਜਾਂਦੇ, ਤੀਰਥਾਂ ਦੇ ਉੱਤੇ ਨਹੀਂ ਜਾਂਦੇ, ਪੁਰਾਣਾਂ ਨੂੰ ਇਸੇ ਤਰ੍ਹਾਂ ਨਹੀਂ ਜਾ ਕਰਕੇ ਪੜ੍ਹਦੇ ਤੇ ਪੁਰਾਣਾਂ ਦੇ ਸਿਧਾਂਤ ਨੂੰ ਨਹੀਂ ਮੰਨਦੇ। ਦੂਜਾ ਇਹ ਹੈ ਕਿ ਸਾਧ ਸੰਤਾਂ ਦੇ ਸਿਧਾਂਤ ਨੂੰ ਜਿਹੜਾ ਇਹ ਦੱਬੀਆਂ ਪਖੰਡੀਆਂ ਇਤਿਆਦਿਕ ਜਿਹੜੇ ਨੇ, ਕਰਮਕਾਂਡੀ ਨੇ, ਇਹਨਾਂ ਦੇ ਜਾ ਕਰਕੇ ਸਿਰ ਨਹੀਂ ਝੁਕਾਉਂਦੇ। ਅੱਗੇ ਜਾ ਕਰਕੇ ਜਿਹੜੇ ਬ੍ਰਾਹਮਣ ਨੇ, ਉਹਨਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਇੱਕ ਵਾਰ ਵੀ ਨਹੀਂ ਮੰਨਦੇ। ਮਾਨ ਹੈ ਨ ਦਾਨ ਪੁਨ ਦੇਤ ਔਰ ਕੋ ਕਬੀ। ਤੇ ਫਿਰ ਇਸੇ ਤਰ੍ਹਾਂ ਨਾ ਹੀ ਕਿਸੇ ਪ੍ਰਕਾਰ ਦਾ ਗਿਆਨੀ ਜੀ ਜ਼ਿਕਰ ਕਰਦੇ ਨੇ, ਕਹਿੰਦੇ ਕਿ ਇਹ ਸਾਧਾਂ ਦੇ ਤੇ ਬ੍ਰਾਹਮਣਾਂ ਨੂੰ ਨਹੀਂ ਮੰਨਦੇ, ਅਤੇ ਨਾ ਹੀ ਕਿਸੇ ਹੋਰ ਦਾਨ ਦਿੰਦੇ ਹਨ ਕਿਸੇ ਵੀ ਪ੍ਰਕਾਰ ਦਾ। ਇਹ ਦਾਨ ਦੇਣਾ ਵੀ ਜਿਹੜਾ ਹੋਰਨਾਂ ਥਾਵਾਂ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਗਲਤ ਸਮਝਦੇ ਨੇ। ਆਪਸ ਵਿੱਚ ਦੇਤ ਲੇਤ ਹੈ ਸਕੇਤ ਸਾਕ ਨਾਤਾ। ਆਪਸ ਦੇ ਵਿੱਚ ਨਾਮਧਾਰੀਆ ਹੀ ਜਿਹੜਾ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਆਪ ਦੇ ਵਿੱਚ ਇਹ ਸਾਰਾ ਕੁਝ ਦਿੰਦੇ ਤੇ ਲੈਂਦੇ ਨੇ। ਰੋਟੀ ਬੇਟੀ ਦੀ ਸਾਂਝ ਕਰਦੇ ਨੇ ਤੇ ਆਪਸ ਵਿੱਚ ਕਰਦੇ ਨੇ, ਰਿਸ਼ਤਾ ਦਿੰਦੇ ਜਾਂ ਲੈਂਦੇ ਨੇ, ਆਪਸ ਵਿੱਚ ਲੈਂਦੇ ਦਿੰਦੇ ਨੇ। ਫਿਰ ਇਸ ਤੋਂ ਇਲਾਵਾ ਹੋਰ ਵੀ ਜੋ ਪਿਆਰ ਮੁਹੱਬਤ ਇੱਥੇ ਵਰਤੋਂ ਵੇ ਸੰਸਾਰਕ ਹੈ ਭਾਵੇਂ ਕੋਈ ਹੋਰ, ਗੁਰੂ ਪਿਆਰੀ ਸਾਧ ਸੰਗਤ ਜੀ ਹਰ ਤਰ੍ਹਾਂ ਦਾ ਨਾਤਾ ਜਿਹੜਾ ਹੈ ਉਹ ਆਪਸ ਵਿੱਚ ਹੀ ਕਰਦੇ ਹਨ। ਰਾਜ ਲੈਣ ਕੇਰੀ ਇੱਛਾ ਮਨ ਸਭ ਕੇ ਫਬੀ। ਤੇ ਸਾਰਿਆਂ ਦੇ ਮਨ ਵਿੱਚ ਇਹੋ ਹੀ ਹੈ ਕਿ ਰਾਜ ਭਾਗ ਲੈਣਾ ਹੈ ਤੇ ਰਾਜ ਭਾਗ ਦੇ ਉੱਤੇ ਕਾਬਜ ਹੋਣਾ ਹੈ। ਇਹ ਇੱਛਾ ਇਹਨਾਂ ਦੇ ਮਨ ਵਿੱਚ ਸਦਾ ਰਹਿੰਦੀ ਹੈ, ਨਾਮਧਾਰੀਆਂ ਦੇ ਵਿੱਚ। ਮਰਨੇ ਉਪਰਨੇ ਮੈਂ ਵਿਪਰੇ ਬੁਲਾਵੇ ਨਾ ਹੈ। ਇਹ ਕੋਈ ਵੀ ਇਸੇ ਪ੍ਰਕਾਰ ਖੁਸ਼ੀ ਦਾ ਸਮਾਂ, ਗਮੀ ਦਾ ਸਮਾਂ ਹੋਵੇ, ਉਹਦੇ ਵਿੱਚ ਕਿਸੇ ਨਹੀਂ ਇਹ ਇਸੇ ਤਰ੍ਹਾਂ ਬ੍ਰਾਹਮਣ ਤੋਂ ਭਾਵ ਕਿ ਜਿਵੇਂ ਕੋਈ ਹਵਨ ਕਰਨਾ ਇਤਿਆਦਿਕ, ਜਿਵੇਂ ਖੱਤਰੀ ਬ੍ਰਾਹਮਣ ਧਰਮ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜਦੋਂ ਮੌਤ ਹੋ ਜਾਂਦੀ ਹੈ ਉਹਨਾਂ ਦਾ ਬ੍ਰਾਹਮਣ ਆ ਕਰਕੇ ਹਵਨ ਇਤਿਆਦਿਕ ਕਰਕੇ ਤੇ ਉਹ ਸ਼ਬਦ ਪੜ੍ਹਦਾ ਹੈ ਆਪਣੇ ਗ੍ਰੰਥਾਂ ਦੇ, ਗੀਤਾ ਦੇ ਇਤਿਆਦਿਕ ਦੇ। ਫਿਰ ਇਸੇ ਤਰ੍ਹਾਂ ਕਿਸੇ ਦਾ ਜਨਮ ਹੋ ਜਾਵੇ ਤੇ ਉਦੋਂ ਵੀ ਜਦੋਂ ਬ੍ਰਾਹਮਣ ਬਣਾਉਣਾ ਹੈ, ਜੰਜੂ ਇਤਿਆਦਿਕ ਪਾਉਣਾ ਹੈ, ਤੇ ਉਦੋਂ ਵੀ ਮੰਨਿਆ ਜਾਂਦਾ ਹੈ। ਜਿਵੇਂ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਹੋਰ ਇਹਨਾਂ ਲੋਕਾਂ ਵਿੱਚ ਹੈ ਕਿ ਜਦੋਂ ਮੌਤ ਹੋ ਜਾਂਦੀ ਹੈ, ਬਾਪ ਦੀ ਮੌਤ ਹੋ ਜਾਂਦੀ ਹੈ ਤੇ ਪੁੱਤਰ ਦਾ ਸਿਰ ਮੰਨਿਆ ਜਾਂਦਾ ਹੈ, ਉਹਨੂੰ ਕੱਲਾ ਕੱਲਾ ਇਸੇ ਤਰ੍ਹਾਂ ਜਿਹੜਾ ਇਹ ਸਾਰਾ ਉਹ ਸਿਰ ਦੇ ਉੱਤੋਂ ਕੇਸ ਜਿਹੜੇ ਨੇ ਉਹ ਕੱਟ ਦਿੱਤੇ ਜਾਇਆ ਕਰਦੇ ਨੇ। ਲੇਕਿਨ ਇਹੋ ਜੀ ਕੋਈ ਵੀ ਕਰਮ ਕਾਂਡ ਵਾਲੀ ਗੱਲ ਇਹ ਨਾਮਧਾਰੀਏ ਜਿਹੜੇ ਨੇ ਨਹੀਂ ਕਰਦੇ, ਨਹੀਂ ਬ੍ਰਾਹਮਣਾਂ ਨੂੰ ਬੁਲਾ ਕਰਕੇ ਉਹਨਾਂ ਦਾ ਕੋਈ ਉਪਦੇਸ਼। ਸਿੰਘ ਕੋ ਸਤਿਗੁਰ ਪੀਰ ਜਾਣੈ। ਹੁਣ ਇਸ ਤਰ੍ਹਾਂ ਜਿਹੜਾ ਨਾਮਧਾਰੀ ਪਰਿਵਾਰ ਹੈ, ਸੰਪਰਦਾ ਹੈ, ਉਹ ਬਾਬੇ ਰਾਮ ਸਿੰਘ ਨੂੰ ਸਤਿਗੁਰੂ ਕਹਿੰਦੇ ਨੇ। ਲੇਕਿਨ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਲੇਕਿਨ ਉਹਨਾਂ ਦਾ ਮੰਨਣਾ ਹੈ ਕਿ ਸਾਡਾ ਸਤਿਗੁਰੂ ਹੈ।
ਅਵਤਾਰ ਵੀ ਇਸੇ ਤਰ੍ਹਾਂ ਪੀਰ ਪੈਗੰਬਰ ਵੀ ਬਾਬੇ ਰਾਮ ਸਿੰਘ ਨੂੰ ਮੰਨਿਆ ਜਾਂਦਾ ਹੈ। ਜੋ ਬਖਾਨੇ ਵਹਿ ਸੋ ਮਨ ਹੈ ਸਭੀ। ਜੋ ਕੁਝ ਬਾਬਾ ਰਾਮ ਸਿੰਘ ਉਪਦੇਸ਼ ਦਿੱਤਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਉਪਦੇਸ਼ ਉਹਨੂੰ ਧਾਰਨ ਕਰਦੇ ਨੇ। ਲੇਕਿਨ ਕਿਸੇ ਗੁਰਮੁਖ ਸਿੱਖ ਨੂੰ ਸਤਿਗੁਰੂ ਕਹਿਣਾ ਇਹ ਬਿਲਕੁਲ ਮਨਮਤ ਹੈ। ਪਰ ਯਾਦ ਰੱਖਣਾ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਬਾਬਾ ਰਾਮ ਸਿੰਘ ਜੀ ਹੈ ਨਾ, ਇਹ ਇਸੇ ਤਰ੍ਹਾਂ ਨਾਮਧਾਰੀਏ ਕੂਕੇ, ਆਪਣੀਆਂ ਚਿੱਠੀਆਂ ਦੇ ਵਿੱਚ ਵੀ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਲਿਖਿਆ ਹੋਇਆ ਹੈ। ਉਸ ਗੁਰੂ ਦੀ ਸਿੱਖੀ ਨੂੰ ਧਾਰਨ ਕਰਨਾ ਹੀ ਉਹਨਾਂ ਨੇ ਹਰ ਕਿਸੇ ਨੂੰ ਬਚਨ ਜਿਹੜਾ ਉਹ ਕੀਤਾ ਹੈ। ਹੇਰੇ ਹੋ ਚਾਲ ਥੀਏ ਵਿਪਰ ਵਿਸਾਲ ਦੁਖੀ। ਤੇ ਇਸ ਪ੍ਰਕਾਰ ਇਹ ਵੇਖ ਕਰਕੇ ਚਾਲ, ਇਹ ਸਾਰੇ ਰਸਤੇ ਨੂੰ ਵੇਖ ਕਰਕੇ ਜਿਹੜੇ ਬ੍ਰਾਹਮਣ ਸਨ ਉਹ ਬਹੁਤ ਜ਼ਿਆਦਾ ਦੁਖੀ ਹੋਏ। ਨਿੰਦਿਆ ਉਚਾਰੇ ਹਿੰਦੂ ਤੁਰਕ ਅਪਾਰੇ ਹੈ। ਬੜੀ ਜਾਤੀ ਹਿੰਦੂ ਤੇ ਤੁਰਕ ਇਹਨਾਂ ਦੀ ਨਿੰਦਿਆ ਕਰਨ ਲੱਗੇ। ਇਤਿਆਦ ਕਰੋ ਕਾਰਨ ਦਰਸ ਗੁਰਦਵਾਰਨ ਸਿਧਾਰਨ ਜੋ। ਜਿਸ ਡਰਨ ਬਾਣੀ ਪੜ੍ਹ ਕਰਕੇ ਤੇ ਇਸ ਪ੍ਰਕਾਰ ਬਚਨ ਜਿਹੜਾ ਏ ਉਹ ਕਰਦੇ ਨੇ। ਪਰ ਲੇਕਿਨ ਬੜਾ ਜ਼ਿਆਦਾ ਗੁਰੂ ਪਿਆਰੀ ਸਾਧ ਸੰਗਤ ਦੀ ਹਿੰਮਤ ਅਤੇ ਉਸ ਨੂੰ ਸੱਚ ਕਰਕੇ ਜਾਣਦੇ। ਫਿਰ ਇਸ ਤੋਂ ਇਲਾਵਾ ਹਰ ਪ੍ਰਕਾਰ ਕਰਕੇ ਆਪਣੇ ਰੀਤੀ, ਆਪਣੇ ਕੰਮਾਂ ਤੇ ਆਪਣੇ ਕਾਜਾਂ ਦੇ ਨਾਲ ਇਹ ਜਿਹੜਾ ਬਾਬਾ ਰਾਮ ਸਿੰਘ ਸੀ ਨਾ, ਆਪਣੇ ਹਰ ਪ੍ਰਕਾਰ ਗੁਰੂ ਪਿਆਰੀ ਸਾਧ ਸੰਗਤ ਜੀ ਹਜ਼ਾਰਾਂ ਰੁਪਈਆ ਹੀ ਆਪਣੇ ਕੋਲੋਂ ਇਸ ਤਰ੍ਹਾਂ ਪੈਸੇ ਇਤਿਆਦਿਕ ਰਿਸ਼ਵਤ ਮੰਗਦੇ ਸਨ। ਬਹੁ ਤਨਖਾਹ 4-5 ਲੱਖ ਮੰਗ ਹੈ। ਤੇ ਕਈ ਜਦੋਂ ਇਹ ਮੱਥਾ ਟੇਕਣ ਜਾਂਦੇ ਸੀ ਦੇੜਿਆਂ ਦੇ ਉੱਤੇ ਤੇ ਜਾ ਕਰਕੇ ਬਹੁਤ ਜ਼ਿਆਦਾ ਪੈਸੇ ਮੰਗਿਆ ਕਰਦੇ। ਹੋਏ ਕੈ ਮਸਤਕੋ ਕੁਕਾ ਨਾ ਉਤਾਰੇ ਪਾਗ। ਤੇ ਪਰ ਕਿਸੇ ਵੀ ਪ੍ਰਕਾਰ ਇਹ ਮੰਨਿਆ ਜਾਂਦਾ ਕਿ ਜਿਹੜਾ ਕੂਕਾ ਪਰਿਵਾਰ ਹੈ, ਕੂਕੇ ਨੇ, ਉਹ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਸਿਰ ਤੋਂ ਪੱਗ ਨਾ ਉਤਾਰਨ। ਸਿੱਖ ਨਾ ਕਹਾਵੇਂ ਤੇਰੇ ਧਾਰੇ ਨੀਲ ਰੰਗ ਹੈ। ਤੇ ਇਸੇ ਪ੍ਰਕਾਰ ਆਪਣੇ ਤਨ ਤੇ ਉਹਨਾਂ ਦੀ ਸ਼ਰਤ ਹੋਇਆ ਕਰਦੀ ਕਿ ਇਹ ਇਸੇ ਤਰ੍ਹਾਂ ਜਿਹੜੇ ਕੂਕੇ ਨੇ ਉਹ ਇਸ ਤਰ੍ਹਾਂ ਕਰਨਾ ਕਰਨ, ਚਿੱਟਾ ਬਾਣਾ ਜਿਹੜਾ ਉਤਾਰ ਦੇਣ। ਤੇ ਉਤਾਰ ਕਰਕੇ ਫਿਰ ਕੀ ਕਰਨਾ, ਉਤਾਰਨ ਤੋਂ ਬਾਅਦ ਕਹਿਣ ਲੱਗੇ ਕਿ ਇਹ ਆਪਣੇ ਤਨ ਤੇ ਨੀਲੇ ਰੰਗ ਦਾ ਬਸਤਰ ਜਿਹੜਾ ਏ ਉਹ ਪਹਿਨ ਲੈਣ। ਸਰਦਾਰ ਰਾਜੇ ਤੈਮੂ ਸਾਹਿਬ ਵੱਡੇ 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 ਸਾਹਿਬ ਜਿਹੜੇ ਹਨ, ਅਚਰਜ ਥੀਏ ਹੇਰ ਕਰ ਤਿਨ ਕਿਰਪੈ। ਤੇ ਹਰ ਪ੍ਰਕਾਰ ਕਰਕੇ ਗਿਆਨੀ ਜੀ ਜ਼ਿਕਰ ਕਰਦੇ ਕਿ ਇਹਨਾਂ ਨੇ ਇਹ ਸੋਚਿਆ ਕਿ ਉਹਨਾਂ ਦੇ ਕੰਮ ਜਿਹੜੇ ਨੇ ਤਾਂ ਹੀ ਵੇਖ ਕਰਕੇ ਹਰ ਤਰ੍ਹਾਂ ਕਰਕੇ ਦੋਸ਼ਹੀਨ ਉਸ ਸਮੇਂ ਰਾਮ ਸਿੰਘ ਕੋ। ਹਾਂ, ਕਹਿੰਦੇ ਕਿ ਦੋਸ਼ਹੀਨ, ਦੋਸ਼ ਤੋਂ ਹੀਣ ਵੇਖਿਆ ਬਾਬੇ ਰਾਮ ਸਿੰਘ ਨੂੰ। ਰੰਗੂਨ ਭੇਜਦੀ ਤੇ ਇਸ ਤੋਂ ਜ਼ਿਆਦੇ ਜਿੱਥੇ ਜਿੱਥੇ ਵੀ ਸੂਬੇ ਸਨ ਉੱਥੇ ਉੱਥੇ ਇਹਨਾਂ ਨੂੰ ਇਤਿਹਾਦਿਕ ਜਿਹੜਾ ਏ ਉਹ ਭੇਜ ਦਿੱਤਾ। ਜੋਰ ਤੋਰ ਦਿਓ ਇਸ ਪੰਥ ਕੋ ਬਧੇਰ ਪੈ। ਬੜਾ ਜ਼ਿਆਦਾ ਇਸ ਪੰਥ ਦਾ ਬਹੁਤਾ ਜ਼ੋਰ ਜਿਹੜਾ ਸੀ ਨਾ ਉਹ ਤੋੜ ਦਿੱਤਾ ਗਿਆ। ਹਰ ਪਾਸੇ ਇਹਦੀ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਕਿ ਲੋਕ ਈਰਖਾ ਕਰਨ ਲੱਗੇ ਇਸ ਪੰਥ ਦੇ ਨਾਲ। ਜਿੱਥੇ ਵੀ ਜਾਇਆ ਜਾਣਾ ਉੱਥੇ ਇਸ ਤਰ੍ਹਾਂ ਕੋਈ ਸ਼ਰਤ ਰੱਖਿਆ ਕਰਨੀ, ਇੱਥੋਂ ਤੱਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਸ ਵਕਤ ਪੁਜਾਰੀਆਂ ਦਾ ਇੱਥੇ ਕਬਜ਼ਾ ਸੀ, ਉਹ ਪੁਜਾਰੀ ਲੋਕਾਂ ਨੇ ਵੀ ਇਸ ਤਰ੍ਹਾਂ ਸ਼ਰਤ ਜਿਹੜੀ ਹੈ ਰੱਖ ਦਿਆ ਕਰਨੀ ਕਿ ਅਸੀਂ ਸ਼ਰਤ ਰੱਖਦੇ ਹਾਂ ਕਿ ਆਹ ਸ਼ਰਤ ਪੂਰੀ ਕਰੋ ਤੇ ਇਹਦੇ ਅੰਦਰ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ
ਆ ਕਰਕੇ ਦਰਸ਼ਨ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਬੜੇ ਥਾਵਾਂ ਤੇ, ਪਰ ਇਹਨਾਂ ਨੇ ਲਿਖ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਕੂਕਿਆਂ ਤੱਕ ਭੇਜ ਦਿੱਤਾ। ਰਾਮ ਸਿੰਘ ਜੂ ਕੀ ਠੌਰ ਬੁੱਧ ਸਿੰਘ ਭਾਈ ਤਾਹੇ। ਤੇ ਜਿਹੜਾ ਸੀ ਨਾ ਬਾਬਾ ਰਾਮ ਸਿੰਘ, ਉਹਦੀ ਜਗ੍ਹਾ ਤੇ ਭਾਈ ਬੁੱਧ ਸਿੰਘ, ਬਾਬਾ ਬੁੱਧ ਸਿੰਘ ਪ੍ਰਸਿੱਧ ਨਾ ਹੋਇਆ। ਅਬ ਹੈ ਮਹੰਤ ਕੰਤ ਕੂਕ ਕੋ ਕਾਹਿਰ ਪੈ। ਤੇ ਹੁਣ ਇਤਿਆਦ ਗੁਰੂ ਪਿਆਰੀ ਸਾਧ ਸੰਗਤ ਜੀ ਕੂਕੇ ਜਿਹੜੇ ਸਨ, ਉਹ ਇਸੇ ਪ੍ਰਕਾਰ ਉਹਨਾਂ ਦੇ ਸਮੇਂ ਤੇ ਇਸ ਤਰੀਕੇ ਦੇ ਨਾਲ ਜਿਹੜਾ ਕਿ ਮਹੰਤ ਇਤਿਆਦਿਕ ਜਿਹੜੇ ਨੇ ਉਹ ਪੈਦਾ ਹੋਏ। ਖਟਤ ਪਵਾ ਕਿ ਇੱਕ ਪਾਵਨ ਗੁਰਬਾਣੀ ਦੀ ਜਿਹੜਾ ਹੈ ਉਹ ਜਾਪ ਕਰਦੇ ਨੇ, ਉਹਦੇ ਸ਼ਬਦ ਪੜ੍ਹਦੇ ਹਨ। ਵਾਹਿਗੁਰੂ ਵਾਹਿਗੁਰੂ ਰਟਤ ਆਮੁਕੇ ਹੈ। ਵਾਹਿਗੁਰੂ ਵਾਹਿਗੁਰੂ ਸਦਾ ਵਾਸਤੇ ਇਹ ਪਾਵਨ ਗੁਰਬਾਣੀ ਜਿਹੜੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਆਪਣੇ ਮੁਖ ਤੋਂ ਪ੍ਰਮਾਤਮਾ ਦਾ ਨਾਮ ਜਿਹੜਾ ਉੱਚੀ ਉੱਚੀ ਆਵਾਜ਼ ਦੇ ਨਾਲ ਉਚਾਰਦੇ ਨੇ। ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਜਿਹੜਾ ਹੈ ਉਹ ਜਪਦੇ ਹਨ। ਸ਼ੁਕਲ ਬਸਨ ਮਾਲਾ ਸੁਧੀ ਦਸਤਾਰ ਦਾੜੀ। ਤੇ ਇਸੇ ਪ੍ਰਕਾਰ ਕਹਿੰਦੇ ਨੇ ਕਿ ਹੱਥ ਦੇ ਵਿੱਚ ਉੱਨ ਦੀ ਬਣੀ ਹੋਈ ਮਾਲਾ ਰੱਖਿਆ ਕਰਦੇ ਨੇ। ਫਿਰ ਸਿੱਧੀ ਜਿਹੜੀ ਹੈ ਸੂਧੀ ਦਸਤਾਰ ਜਿਹੜੀ ਹੈ ਉਹ ਰੱਖਦੇ, ਤੇ ਜਿਹੜਾ ਇਹਨਾਂ ਦਾ ਦਾੜਾ ਹੈ ਉਹ ਵੀ ਸਿੱਧਾ ਹੁੰਦਾ ਤੇ ਦਾੜੇ ਦੇ ਕੇਸ ਸਿੱਧੇ ਰੱਖਦੇ। ਕਰ ਕਹਿ ਹਮਨ ਪਾਠ ਗ੍ਰੰਥ ਗੁਰੂ ਜੂ ਕਹਿ। ਤੇ ਹਰ ਪ੍ਰਕਾਰ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਪਾਠ ਕਰਦੇ ਨੇ ਤੇ ਗੁਰਬਾਣੀ ਪੜ੍ਹਦੇ ਹਨ। ਦਸਵੇਂ ਗੁਰੂ ਕੇ ਸਿੰਘ ਸਾਧਕ ਸਹੀ ਹੈ ਸਭ। ਕਹਿੰਦੇ ਕਿ ਦਸਵੇਂ ਪਾਤਸ਼ਾਹ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਰ ਪ੍ਰਕਾਰ ਕਰਕੇ ਇਹ ਗੁਰੂ ਦੇ ਠੀਕ ਸਿਦਕ ਵਾਲੇ ਸਿੰਘ ਹਨ। ਲਾਲਸਾ ਲਗਾਮ ਰਾਜ ਲੈਵੇ ਕੀਓ ਚੁੱਕੇ ਹੈ। ਤੇ ਇਸ ਪ੍ਰਕਾਰ ਕਹਿੰਦੇ ਸਫਲ ਰਾਜ ਲੈਣ ਦੀ ਇਹਨਾਂ ਦੇ ਅੰਦਰ ਜਿਹੜੀ ਇੱਛਾ ਹੈ। ਸਫਲ ਰਾਜ ਕਿਹੜਾ ਹੈ? ਕੋਈ ਤਖਤ ਕੋਈ ਤਾਜ ਇਹਨਾਂ ਨੂੰ ਜਿੱਤਣ ਵਾਲਾ ਸਫਲ ਰਾਜ ਲੈਣਾ ਨਹੀਂ। ਇਹਨਾਂ ਦੇ ਅੰਦਰ ਸਫਲ ਰਾਜ ਜਿਹੜਾ ਹੈ ਖਾਲਸੇ ਰਾਜ ਨੂੰ ਲੈਣਾ, ਇਹ ਇਹਨਾਂ ਦੇ ਅੰਦਰ ਗੁਰੂ ਪਿਆਰੀ ਸਾਧ ਸੰਗਤ ਜੀ ਇੱਛਾ ਹੈ। ਹਰ ਕੋਈ ਗੁਰੂ ਦਾ ਸਿੱਖ ਜਿਹੜਾ ਹੈ, ਗੁਰੂ ਨਾਨਕ ਨਾਮ ਲੇਵਾ ਸਿੱਖ, ਉਹ ਇਹ ਗੱਲ ਕਹਿੰਦਾ ਕਿ ਖਾਲਸਾ ਰਾਜ ਜਿਹੜਾ ਹੈ ਉਹ ਕਾਇਮ ਕਰਨਾ ਹੈ, ਭਾਵੇਂ ਉਹ ਕਿਸੇ ਦਾ ਵੀ ਹੈ। ਲੇਕਿਨ ਜਿਹੜਾ ਗੁਰੂ ਦਾ ਸਿੱਖ ਗੁਰਬਾਣੀ ਪੜ੍ਹਦਾ ਉਹਦੇ ਅੰਦਰ ਗੁਰੂ ਪਿਆਰੀ ਸਾਧ ਸੰਗਤ ਜੀ ਬਿਲਕੁਲ ਅੰਦਰ ਆਨੰਦ ਹੈ ਕਿ ਉਹਨੇ ਖਾਲਸਾ ਰਾਜ ਵੇਖਣਾ ਹੈ ਤੇ ਖਾਲਸਾ ਰਾਜ ਲੈਣਾ ਹੈ। ਇਸ ਕਰਕੇ ਅਚਲ ਰਾਜ ਨੂੰ ਸਫਲ ਰਾਜ ਨੂੰ ਲੈਣ ਵਾਸਤੇ ਇਹ ਸਾਰੇ ਉਹਨਾਂ ਕੂਕੇ ਪਰਿਵਾਰ ਦੇ ਅੰਦਰ ਇੱਛਾ ਹੈ। ਹੀਰੇ ਜੈਸੇ ਲਖਣ ਹੈ ਤੇਰੇ ਤੈਸੇ ਗਿਆਨ ਸਿੰਘ। ਹੁਣ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਜਿਸ ਤਰੀਕੇ ਦੇ ਨਾਲ ਇਹ ਲੱਛਣ ਵੇਖੇ ਗਏ ਨੇ ਕੂਕੇ ਪਰਿਵਾਰ ਦੇ ਵਿੱਚ, ਉਹ ਸਾਰੇ ਹੀ ਆਪ ਸੰਗਤਾਂ ਨੂੰ ਸੰਖੇਪ ਤੌਰ ਤੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਆਪ ਜੀ ਨੂੰ ਸਰਵਣ ਕਰਾਏ ਨੇ। ਐਸੇ ਪ੍ਰਸਿੱਧ ਹੀ ਅਬਿਦ ਸਿੰਘ ਕੂਕੇ ਹੈ। ਐਸੇ ਬਹੁਤ ਜ਼ਿਆਦੇ ਪ੍ਰਸਿੱਧ ਨੇ ਜਿਹੜੇ ਨਾਮਧਾਰੀ ਕੂਕੇ ਨੇ, ਉਹ ਸਾਰੇ ਬੜੇ ਜ਼ਿਆਦੇ ਪ੍ਰਸਿੱਧ ਨੇ। ਤੇ ਗਿਆਨੀ ਜੀ ਕਹਿੰਦੇ ਕਿ ਹਰ ਤਰ੍ਹਾਂ ਕਰਕੇ ਭਜਨ ਕਰਨ ਵਾਲੇ ਤੇ ਇਸੇ ਤਰ੍ਹਾਂ ਬੰਦਗੀ ਕਰਨ ਵਾਲੇ ਕੂਕਾ ਪਰਿਵਾਰ ਹੈ। ਨਿਰਮਲੇ ਨਿਹੰਗ ਕੂਕੇ ਤੀਨ ਗੁਣ ਮੈਂ ਅਚੂਕੇ। ਇਹਨਾਂ ਕੰਨਾਂ ਦੇ ਵਿੱਚ ਕਿਹੜੇ ਕਿਹੜੇ ਤਿੰਨ ਗੁਰੂ ਸਾਹਿਬ ਜੀ ਦੇ ਪੰਥ, ਇੱਕ ਨਿਰਮਲਾ ਪੰਥ, ਇੱਕ ਨਿਹੰਗ ਸਿੰਘ ਪੰਥ ਜਿਹਨੂੰ ਗੁਰੂ ਕੀ ਲਾਡਲੀ ਫੌਜ ਕਿਹਾ ਜਾਂਦਾ, ਤੇ ਤੀਜਾ ਕੂਕੇ। ਇਹਨਾਂ ਤਿੰਨਾਂ ਦੇ ਵਿੱਚ ਜਿਹੜੇ ਗੁਣ ਨੇ ਅਚੋਕ ਸਫਲ ਗੁਣ ਨੇ ਜਿਹੜੇ ਇਹਨਾਂ ਦੇ ਵਿੱਚ। ਗਾਏ ਭੇਦ ਤਿਨਹੂ ਕੇ ਸਿੰਘ ਨਾਮ ਵਾਰੇ ਹੈ। ਗਿਆਨੀ ਜੀ ਕਹਿੰਦੇ ਨੇ ਕਿ ਉਹ ਸਾਰੇ ਆਪ ਸੰਗਤਾਂ ਦੇ ਨਾਲ ਇਸੇ ਪ੍ਰਕਾਰ ਉਹ ਭੇਦ, ਉਹਨਾਂ ਦੇ ਲੱਖਣ, ਉਹਨਾਂ ਦੇ ਗੁਣ ਉਹ ਜਿਹੜੇ ਨੇ ਗਿਆਨੀ ਜੀ ਕਹਿੰਦੇ ਅਸੀਂ ਸਿੱਧ ਕੀਤੇ ਨੇ, ਆਪ ਜੀ ਦੇ ਨਾਲ